सत श्री अकाल दोस्तों, स्वागत है ਤੁਹਾਡੇ ਆਪਦੇ YouTube चैनल ਅੰਬੇਦਕਰ ਪੰਡ ਦੇ ਵਿੱਚ। ਦੋਸਤੋ, ਪ੍ਰਾਚੀਨ ਕਾਲ ਭਾਰਤ ਦਾ ਪ੍ਰਾਚੀਨ ਕਾਲ ਨਾਲ ਸੰਬੰਧਿਤ ਆਪਾਂ ਵੀਡੀਓਜ਼ ਲੈ ਕੇ ਲਗਾਤਾਰ ਆ ਰਹੇ ਹਾਂ। ਠੀਕ ਹੈ, ਜਿਸ ਦੇ ਵਿੱਚ ਜੋ ਆਪਾਂ ਨੇ ਪਿਛੇ ਵੀਡੀਓ ਕੀਤੀ ਸੀ ਉਹ ਕੀਤੀ ਸੀ ਆਪਾਂ ਨੇ ਗੁਪਤ ਸਮਰਾਜ ਦੇ ਬਾਰੇ ਵਿੱਚ। ਠੀਕ ਹੈ, ਤਾਂ ਉਸੇ ਸ਼੍ਰੰਖਲਾ ਨੂੰ ਲੜੀ ਨੂੰ ਅੱਗੇ ਲੈ ਕੇ ਚੱਲਦੇ ਹੋਏ ਅੱਜ ਦੀ ਆਪਣੀ ਜਿਹੜੀ ਵੀਡੀਓ ਹੈ ਉਹ ਵੀਡੀਓ ਹੋਏਗੀ ਸੰਗਮ ਕਾਲ ਦੇ ਬਾਰੇ ਵਿੱਚ। ਠੀਕ ਹੈ, ਸੰਗਮ ਕਾਲ ਦੇ ਬਾਰੇ ਵਿੱਚ ਅੱਜ ਦੀ ਆਪਣੀ ਵੀਡੀਓ ਰਹੇਗੀ। ਸੰਗਮ ਕਾਲ ਦੇ ਵਿੱਚ ਸੰਗਮ ਕਾਲ ਦੀਆਂ ਕਿਹੜੀਆਂ ਘਟਨਾਵਾਂ ਨੇ, ਜਿਹੜੀਆਂ ਕਿਹੜੇ ਪ੍ਰਮੁੱਖ ਰਚਨਾਵਾਂ ਨੇ, ਉਹਨਾਂ ਦਾ ਜ਼ਿਕਰ ਆਪਾਂ ਤੁਹਾਡੇ ਨਾਲ ਅੱਜ ਕਰਾਂਗੇ। ਠੀਕ ਹੈ ਜੀ, ਤਾਂ ਸ਼ੁਰੂ ਕਰਦੇ ਹਾਂ ਆਪਾਂ ਆਪਣੀ ਅੱਜ ਦੀ ਵੀਡੀਓ। ਸੰਗਮ ਕਾਲ ਦੱਖਣ ਭਾਰਤ ਵਿੱਚ ਲਗਭਗ 300 ਈਸਵੀ ਪੂਰਵ ਤੋਂ ਲੈ ਕੇ 300 ਈਸਵੀ ਤੱਕ ਦਾ ਜਿਹੜਾ ਸਮਾਂ ਰਿਹਾ ਉਹ ਸੰਗਮ ਕਾਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ। 300 ਈਸਵੀ ਪੂਰਵ, ਠੀਕ ਹੈ ਜੀ, ਯਾਨੀ ਕਿ ਈਸਾ ਦੇ ਜਨਮ ਤੋਂ 300 ਸਾਲ ਪਹਿਲਾਂ ਦੇ ਸਮੇਂ ਤੋਂ ਸ਼ੁਰੂ ਹੋ ਕੇ, ਠੀਕ ਹੈ, ਈਸਾ ਦੇ ਜਨਮ ਤੋਂ 300 ਸਾਲ ਬਾਅਦ ਤੱਕ ਦਾ ਜੋ ਸਮਾਂ ਹੈ ਉਸ ਸਮੇਂ ਨੂੰ ਸੰਗਮ ਕਾਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸੰਗਮ ਜਿਹੜਾ ਸ਼ਬਦ ਹੈ, ਇਸ ਦਾ ਜਿਹੜਾ ਅਰਥ ਹੈ ਉਹ ਆਮ ਤੌਰ ਦੇ ਉੱਪਰ ਆਪਾਂ ਲਈਏ ਤਾਂ ਸੰਗਮ ਦਾ ਮਤਲਬ ਹੁੰਦਾ ਮਿਲਣਾ, ਸੰਮੇਲਨ, ਮਿਲਣ। ਠੀਕ ਹੈ, ਤਾਂ ਇਸ ਸਮੇਂ ਦੇ ਵਿੱਚ ਕਵੀ ਸੀ ਜਿਹੜੇ, ਉਹਨਾਂ ਦੀਆਂ ਗੋਸ਼ਟੀਆਂ ਹੁੰਦੀਆਂ ਸੀ, ਉਹਨਾਂ ਦੇ ਸੰਮੇਲਨ ਹੁੰਦੇ ਸੀ, ਪਰਿਸ਼ਦ ਹੁੰਦੇ ਸੀ। ਠੀਕ ਹੈ, ਜਿਸ ਦੇ ਵਿੱਚ ਦੱਖਣ ਦੇ ਅਲੱਗ-ਅਲੱਗ ਰਾਜਾਂ ਦੇ ਜਿਹੜੇ ਮਸ਼ਹੂਰ ਕਵੀ ਸੀ ਜਾਂ ਨਵੇਂ ਕਵੀ ਸੀ ਉਹ ਇੱਕ ਜਗ੍ਹਾ ਦੇ ਉੱਤੇ ਇਕੱਠੇ ਹੁੰਦੇ ਸੀ ਅਤੇ ਆਪਣੀਆਂ ਜਿਹੜੀਆਂ ਕਵਿਤਾਵਾਂ, ਰਚਨਾਵਾਂ ਜਾਂ ਗ੍ਰੰਥ ਸੀ ਜਿਹੜੇ ਉਹ ਉਹਨਾਂ ਦੇ ਬਾਰੇ ਵਿੱਚ ਵਿਸਥਾਰ ਨਾਲ ਰੌਸ਼ਨੀ ਪਾਉਂਦੇ ਸੀ, ਉਹਨਾਂ ਬਾਰੇ ਦੱਸਦੇ ਸੀ। ਔਰ ਦੱਸਣ ਤੋਂ ਬਾਅਦ ਕੀ ਸੀ, ਜਿਹੜੇ ਸੰਮੇਲਨ ਦੇ ਬਾਕੀ ਕਵੀ ਸੀ ਸਾਰੇ ਉਸ ਨੂੰ ਸਵੀਕ੍ਰਿਤੀ ਦਿੰਦੇ ਸੀ, ਮਾਨਤਾ ਦਿੰਦੇ ਸੀ, ਤਾਂ ਕਿਤੇ ਜਾ ਕੇ ਉਹ ਗ੍ਰੰਥ ਜਾਂ ਰਚਨਾ ਪ੍ਰਕਾਸ਼ਿਤ ਹੁੰਦੀ ਸੀ। ਠੀਕ ਹੈ ਜੀ, ਤਾਂ ਇਹ ਕਾਲ ਨੂੰ ਜਿਹੜੀਆਂ ਸੰਮੇਲਨ ਹੋਏ ਨੇ ਸੰਗਮ ਦੇ, ਜਿਸ ਦੇ ਨਾਮ ਨਾਲ ਕੀ ਜਾਣਿਆ ਜਾਂਦਾ, ਇਹਨਾਂ ਗੋਸ਼ਟੀਆਂ ਦੇ ਨਾਮ ਨਾਲ ਹੀ ਇਸ ਨੂੰ ਸੰਗਮ ਕਾਲ ਜਾਣਿਆ ਜਾਂਦਾ ਹੈਗਾ। ਠੀਕ ਹੈ, ਜਿਹੜੀਆਂ ਗੋਸ਼ਟੀਆਂ ਹੁੰਦੀਆਂ ਸੀ ਕਵੀਆਂ ਦੀਆਂ, ਉਹਨਾਂ ਦੇ ਸੰਗਮ ਦੇ ਨਾਲ ਹੀ, ਉਹਨਾਂ ਦੇ ਸੰਮੇਲਨਾਂ ਤੋਂ ਹੀ ਸੰਗਮ ਨਾਮ ਦੀ ਸ਼ੁਰੂਆਤ ਹੋਈ। ਤਾਂ ਇਹ ਜਿਹੜਾ ਸੰਗਮ ਹੈ ਇਹ ਤਾਮਿਲ ਕਵੀਆਂ ਦਾ ਇੱਕ ਸਮੂਹ ਸੀ। ਸੰਗਮ ਦੇ ਵਿੱਚ ਸਿਰਫ ਤਾਮਿਲ ਕਵੀ ਹੀ ਇਕੱਠੇ ਹੁੰਦੇ ਸੀ। ਸੰਗਮ ਜਿਹੜਾ ਨਾਮ ਹੈ ਇਹਦਾ ਸਭ ਨਾਲੋਂ ਪਹਿਲਾਂ ਪ੍ਰਯੋਗ ਜਿਹੜਾ ਕੀਤਾ ਸੀ ਉਹ ਕੀਤਾ ਸੀ 7ਵੀਂ ਸਦੀ ਦੇ ਆਰੰਭ ਦੇ ਵਿੱਚ ਸ਼ੈਵ ਮਤ ਦਾ ਸੰਤ ਸੀ, ਜਿਸ ਦਾ ਨਾਮ ਸੀ ਤਿਰੁਨਾਬਕ ਰਿਸ਼ੂ। ਉਸ ਨੇ 7ਵੀਂ ਸਦੀ ਦੇ ਵਿੱਚ ਸੰਗਮ ਸ਼ਬਦ ਦਾ ਪਹਿਲੀ ਵਾਰੀ ਪ੍ਰਯੋਗ ਕੀਤਾ। ਠੀਕ ਹੈ ਜੀ, 8ਵੀਂ ਸਦੀ ਦੇ ਵਿੱਚ 3 ਸੰਗਮਾਂ ਦਾ ਵਰਣਨ ਮਿਲਦਾ ਹੈ। 8ਵੀਂ ਸਦੀ ਤੱਕ ਆਉਂਦੇ 3 ਸੰਗਮਾਂ ਦਾ ਵਰਣਨ ਮਿਲਦਾ ਹੈ, ਜਿਹੜਾ ਕਿ 2 ਸੰਗਮ ਸੀ ਜਿਹੜੇ ਉਹ ਮਦੁਰੇ ਦੇ ਵਿੱਚ ਹੋਏ ਸੀ ਅਤੇ 1 ਸੰਗਮ ਹੋਇਆ ਸੀ ਕਪਾਟਪੁਰਮ ਦੇ ਵਿੱਚ। 2 ਸੰਗਮ, ਪਹਿਲਾ ਸੰਗਮ ਅਤੇ ਤੀਸਰਾ ਸੰਗਮ ਜਿਹੜੇ ਹੋਏ ਸੀ ਇਹ ਮਦੁਰੈ, ਜਿਹਨੂੰ ਮਦੁਰੈ ਜਾਂ ਮਦੁਰਾਈ ਵੀ ਕਿਹਾ ਜਾਂਦਾ ਸੀ। ਠੀਕ ਹੈ, ਅਤੇ ਦੂਸਰਾ ਸੰਗਮ ਸੀ ਜਿਹੜਾ ਉਹ ਹੋਇਆ ਸੀ ਕਪਾਟਪੁਰਮ ਦੇ ਵਿੱਚ। ਦੇਖੋ, ਪਾਂਡੇ ਰਾਜ ਸੀ ਜਿਹੜੇ, ਪਾਂਡੇ ਵੰਸ਼ ਦੇ ਰਾਜੇ, ਇਹਨਾਂ ਰਾਜਿਆਂ ਨੇ ਇਹਨਾਂ ਸੰਗਮਾਂ ਦਾ ਸ਼ਾਹੀ ਸੰਰਕਸ਼ਣ ਪ੍ਰਦਾਨ ਕੀਤਾ। ਮਤਲਬ ਕਿ ਇਹਨਾਂ ਕਵੀਆਂ ਨੂੰ ਉਹਨਾਂ ਨੇ ਕੀ ਕੀਤਾ, ਆਪਦੀ ਦੇਖ ਰੇਖ ਦੇ ਵਿੱਚ ਸੰਰਕਸ਼ਣ ਪ੍ਰਦਾਨ ਕੀਤਾ। ਮਤਲਬ ਕਵੀਆਂ, ਮਤਲਬ ਕਿ ਕਹਿਣ ਦਾ ਇਹ ਹੈ ਕਿ ਉਹਨਾਂ ਨੇ ਕਵੀਆਂ ਨੂੰ ਪ੍ਰੋਤਸਾਹਿਤ ਕੀਤਾ। ਹੁਣ ਦੇਖੋ ਅੱਗੇ, ਇਹ ਮੰਨਿਆ ਜਾਂਦਾ ਕਿ ਪਹਿਲਾ ਸੰਗਮ ਜਿਹੜਾ ਹੈ ਉਹ ਮਦੁਰੈ ਵਿੱਚ ਹੋਇਆ। ਇਸ ਸੰਗਮ ਦੇ ਬਾਰੇ ਵਿੱਚ ਜਿਹੜਾ ਕੋਈ ਸਾਹਿਤਕ ਗ੍ਰੰਥ ਹੈ ਉਹ ਵਿਸ਼ੇਸ਼ ਤੌਰ ਦੇ ਉੱਪਰ ਉਪਲਬਧ ਨਹੀਂ ਹੈ। ਠੀਕ ਹੈ, ਇਹ ਮੰਨਿਆ ਜਾਂਦਾ ਹੈ ਕਿ ਪਹਿਲਾ ਸੰਗਮ ਮਦੁਰਾ ਦੇ ਵਿੱਚ ਹੋਇਆ, ਪਰੰਤੂ ਇਸ ਦਾ ਜਿਹੜਾ ਕੋਈ ਗ੍ਰੰਥ ਹੈ, ਕੋਈ ਰਚਨਾ ਹੈ, ਉਹ ਨਹੀਂ ਮਿਲੀ। ਦੂਸਰਾ ਸੰਗਮ ਕਪਾਟਪੁਰਮ ਵਿੱਚ ਆਯੋਜਿਤ ਹੋਇਆ। ਇਸ ਸੰਗਮ ਦਾ ਜਿਹੜਾ ਗ੍ਰੰਥ ਹੈ ਉਹ ਹੈ ਤੋਲਕਾਪੀਅਮ। ਜਿਹੜਾ ਮਿਲਦਾ ਹੈ ਇਸ ਸੰਗਮ ਦਾ ਗ੍ਰੰਥ ਉਹ ਹੈ ਤੋਲਕਾਪੀਅਮ, ਜਿਹੜਾ ਕਿ ਤਾਮਿਲ ਭਾਸ਼ਾ ਦਾ ਇੱਕ ਗ੍ਰੰਥ ਹੈ। ਤੋਲਕਾਪੀਅਮ, ਜਿਸ ਦਾ ਲੇਖਕ ਹੈ ਤੋਲਕਾਪੀਅਰ। ਤੋਲਕਾਪੀਅਰ ਨੇ ਤੋਲਕਾਪੀਅਮ ਨਾਮਕ ਗ੍ਰੰਥ ਦੀ ਰਚਨਾ ਕੀਤੀ ਸੀ, ਜੋ ਕਿ ਤਾਮਿਲ ਭਾਸ਼ਾ ਦਾ ਇੱਕ ਵਿਸ਼ੇਸ਼ ਗ੍ਰੰਥ ਹੈ। ਤਿਰੂਵੁਲੁਵਰ ਨੇ ਰਚਨਾ ਲਿਖੀ ਸੀ ਜਿਸ ਦਾ ਨਾਮ ਸੀ ਕੁਰਾਲ ਤਾਮਿਲ ਸਾਹਿਤ ਦੀ ਇੱਕ ਮਹੱਤਵਪੂਰਨ ਰਚਨਾ ਹੈ। ਇਸ ਦੇ ਵਿੱਚ ਆਚਾਰ ਸ਼ਾਸਤਰ, ਰਾਜਨੀਤੀ ਸ਼ਾਸਤਰ,
ਆਰਥਿਕ ਜੀਵਨ ਨਾਲ ਸੰਬੰਧਿਤ ਵੱਖ-ਵੱਖ ਤੱਤਾਂ ਦਾ ਵਰਣਨ ਮਿਲਦਾ ਹੈ। ਇਹ ਜਿਹੜੀ ਰਚਨਾ ਹੈ ਇਹ ਵੀ ਦੂਸਰੇ ਸੰਗਮ ਬਾਰੇ ਜਾਂ ਦੂਸਰੇ ਸੰਗਮ ਨਾਲ ਹੀ ਸੰਬੰਧਿਤ ਰਚਨਾ ਹੈ, ਜਿਹੜੀ ਕਿ ਕਪਾਟਪੁਰਮ ਦੇ ਵਿੱਚ ਆਯੋਜਿਤ ਕੀਤੀ ਗਈ ਸੀ। ਦੂਸਰਾ ਸੰਗਮ ਕਪਾਟਪੁਰਮ ਦੇ ਵਿੱਚ ਆਯੋਜਿਤ ਕੀਤਾ ਗਿਆ ਸੀ। ਦੇਖੋ ਤੀਸਰਾ ਸੰਗਮ ਸੀ ਜਿਹੜਾ, ਇਹ ਵੀ ਮਧੁਰਾ ਦੇ ਵਿੱਚ ਹੋਇਆ ਸੀ। ਜਿੱਦਾਂ ਆਪਾਂ ਪਹਿਲਾਂ ਦੱਸ ਕੇ ਹਟੇ ਹਾਂ, ਮਧੁਰਾ ਇੱਕੋ ਹੀ ਨਾਮ ਆ, ਠੀਕ ਹੈ। ਇਸ ਸੰਗਮ ਦੇ ਜਿਹੜੇ ਅਧਿਕਾਂਸ਼ ਗ੍ਰੰਥ ਹੋਏ ਨੇ, ਇਹ ਗ੍ਰੰਥ ਨਸ਼ਟ ਹੋ ਚੁੱਕੇ ਸੀ। ਬਹੁਤ ਲੰਬਾ ਟਾਈਮ ਪੀਰੀਅਡ ਸੀ, ਜਿਸ ਦੇ ਕਾਰਨ ਕੀ ਸੀ, ਇਹਨਾਂ ਗ੍ਰੰਥਾਂ ਦੇ ਬਾਰੇ ਵਿੱਚ ਜਾਣਕਾਰੀ ਪ੍ਰੋਪਰ ਤੌਰ 'ਤੇ ਜਿਹੜੀ ਸੀ ਮਿਲਣੋਂ ਉਹ ਰਹਿ ਗਈ ਸੀ। ਦੇਖੋ ਕੁਝ ਰਚਨਾਵਾਂ ਅਤੇ ਗ੍ਰੰਥਾਂ ਦੇ ਜਿਹੜੇ ਅੰਸ਼ ਨੇ ਉਹ ਉਪਲਬਧ ਹਨ। ਸੰਗਮ ਸਾਹਿਤ ਮੁੱਖ ਤੌਰ 'ਤੇ ਤਾਮਿਲ ਭਾਸ਼ਾ ਵਿੱਚ ਲਿਖਿਆ ਗਿਆ ਹੈ, ਠੀਕ ਹੈ। ਜਿੱਦਾਂ ਉੱਪਰ ਪਹਿਲਾਂ ਵੀ ਦੱਸ ਕੇ ਹਟੇ ਹਾਂ ਕਿ ਜਿਹੜਾ ਸੰਗਮ ਸਾਹਿਤ ਸੀ ਇਹ ਮੁੱਖ ਤੌਰ ਦੇ ਉੱਪਰ ਤਾਮਿਲ ਭਾਸ਼ਾ ਨਾਲ ਸੰਬੰਧਿਤ ਹੀ ਹੈ। ਤਾਂ ਇਸ ਦੇ ਵਿੱਚ ਦੇਖੋ ਕਿ ਤੀਸਰੇ ਸੰਗਮ ਦੀਆਂ ਜਿਹੜੀਆਂ ਕੁਝ ਰਚਨਾਵਾਂ ਪ੍ਰਾਪਤ ਹੋਈਆਂ ਨੇ ਉਹਨਾਂ ਦੇ ਕੀ ਨਾਮ ਨੇ, ਜਾਂ ਫਿਰ ਪੂਰਨ ਤੌਰ ਦੇ ਉੱਤੇ ਸੰਗਮ ਕਾਲ ਦੇ ਜਿਹੜੀਆਂ ਰਚਨਾਵਾਂ ਨੇ ਉਹਨਾਂ ਦੇ ਕੀ ਨਾਮ ਨੇ। ਤਾਂ ਦੇਖੋ ਤੋਲਕਾਪੀਅਮ ਜਿਹੜੀ ਰਚਨਾ ਹੈ ਇਹ ਤੋਲਕਾਪੀਅਰ ਨਾਮਕ ਲੇਖਕ ਨੇ ਲਿਖੀ ਸੀ। ਇਹ ਸੰਗਮ ਕਾਲ ਦੀ ਇੱਕ ਪ੍ਰਮੁੱਖ ਰਚਨਾ ਹੈ ਤੋਲਕਾਪੀਅਮ, ਜਿਸ ਦਾ ਲੇਖਕ ਸੀ ਤੋਲਕਾਪੀਅਰ। ਉਸ ਤੋਂ ਬਾਅਦ ਦੇਖੋ ਅਤੂ ਤੋਕੇ ਇੱਕ 8 ਸੰਗ੍ਰਹਿਾਂ ਦਾ ਗ੍ਰੰਥ ਹੈ। 8 ਸੰਗ੍ਰਹਿਾਂ ਦਾ ਗ੍ਰੰਥ ਹੈ ਇਹ। ਤੀਸਰੇ ਸੰਗਮ ਦੀ ਰਚਨਾ ਹੈ। ਇਸ ਦੇ ਵਿੱਚ ਜਿਹੜੀਆਂ ਮੁੱਖ ਰਚਨਾਵਾਂ ਆ ਜਾਂਦੀਆਂ ਨੇ ਉਹ ਆ ਜਾਂਦੀਆਂ ਨੇ ਨਨੀਨੇ ਕੁਰੂਨੋਥੋਕੋ ਐਨਕੁਰੂ ਨੂਰ। ਇਹ ਇਸ ਗ੍ਰੰਥ ਦੀਆਂ ਜਿਹੜੀਆਂ ਮੁੱਖ ਰਚਨਾਵਾਂ ਆ ਜਾਂਦੀਆਂ ਨੇ। ਉਸ ਤੋਂ ਬਾਅਦ ਦੇਖੋ ਹੋਰ ਰਚਨਾਵਾਂ ਨੇ ਇਸ ਦੇ ਵਿੱਚ ਪਦੀਪਰਪੁੱਤੂ, ਪਰਿਪਾਦਲ, ਕਲੀਥੋਕੋ, ਆਹਨਾਨੂਰ ਔਰ ਪੁਰਨਾਨੂਰ। ਇਹ ਜਿਹੜੀਆਂ ਰਚਨਾਵਾਂ ਨੇ ਇਹ ਸੰਗਮ ਸਾਹਿਤ ਦੇ ਵਿੱਚ ਆ ਜਾਂਦੀਆਂ ਨੇ, ਜੋ ਕਿ ਉਤੂ ਤੋਕੋ ਵਿੱਚ ਦਰਜ ਹਨ, ਜਿਹੜਾ ਕਿ 8 ਸੰਗ੍ਰਹਿਾਂ ਦਾ ਇੱਕ ਗ੍ਰੰਥ ਹੈ, ਜੋ ਕਿ ਤੀਸਰੇ ਸੰਗਮ ਦੀ ਰਚਨਾ ਹੈ। ਤੀਸਰਾ ਸੰਗਮ ਜਿਹੜਾ ਹੋਇਆ ਸੀ ਇਹ ਹੋਇਆ ਸੀ ਮਧੁਰੇ ਦੇ ਵਿੱਚੋਂ। ਉਸ ਤੋਂ ਬਾਅਦ ਦੇਖੋ ਪੁੱਤੂ ਪਾਤੂ ਇਹ 10 ਕਵਿਤਾਵਾਂ ਦਾ ਇੱਕ ਸੰਗ੍ਰਹਿ ਹੈ। ਨੈਕਸਟ ਹੈ ਆਪਣੇ ਕੋਲੇ ਪਦੀ ਨੇ ਕੱਲੀ ਕਣਕੂ। ਇਸ ਦੇ ਵਿੱਚ 18 ਕਵਿਤਾਵਾਂ ਹਨ, ਠੀਕ ਹੈ। 18 ਕਵਿਤਾਵਾਂ ਦਾ ਇਹ ਗ੍ਰੰਥ ਹੈ, ਜੋ ਕਿ ਤੀਸਰੇ ਸੰਗਮ ਕਾਲ ਦੀ ਰਚਨਾ ਹੈ। ਇਹਨਾਂ 18 ਕਵਿਤਾਵਾਂ ਦੇ ਵਿੱਚ ਜਿਹੜੀ ਸਭ ਨਾਲੋਂ ਮਹੱਤਵਪੂਰਨ ਕਵਿਤਾ ਹੈ ਉਹ ਤਾਮਿਲ ਦੇ ਮਹਾਨ ਕਵੀ ਅਤੇ ਦਾਰਸ਼ਨਿਕ ਤਿਰੂਵੁੱਲਰ ਦੀ ਰਚਨਾ ਹੈ, ਜਿਹੜੀ ਕਿ ਤਿਰੂਕੁਲਰ ਹੈ, ਠੀਕ ਹੈ। ਤਿਰੂਕੁਲਰ ਹੈ, ਜਿਹੜੇ ਕਿ ਆਪਾਂ ਉੱਪਰ ਵੀ ਪੜ੍ਹ ਕੇ ਹਟੇ ਦੀ ਪਹਿਲਾਂ ਕਿ ਹਾਂ, ਠੀਕ ਹੈ। ਉੱਪਰ ਵੀ ਪੜ੍ਹ ਕੇ ਹਟੇ ਦੀ ਆਪਾਂ ਕਿ ਤਿਰੂਵੁੱਲਰ ਦੀ ਰਚਨਾ ਜਿਹੜੀ ਸਥਿਤ ਹੈ ਉਹ ਹੈ, ਜਿਹੜੀ ਰਚਿਤ ਹੈ ਉਹ ਹੈ ਕੁਰਾਲ, ਜਿਸ ਦਾ ਪੂਰਾ ਨਾਮ ਹੈ ਤਿਰੂਕੁਲਾਰ ਤਾਮਿਲ ਸਾਹਿਤ ਦਾ ਬਾਈਬਲ ਮੰਨਿਆ ਜਾਂਦਾ ਹੈ। ਤਿਰੂਕੁਲਾਰ ਤਾਮਿਲ ਸਾਹਿਤ ਦਾ ਬਾਈਬਲ ਮੰਨਿਆ ਜਾਂਦਾ ਹੈ ਅਤੇ ਇਸ ਨੂੰ ਤਾਮਿਲ ਭਾਸ਼ਾ ਦੇ ਵਿੱਚ ਪੰਚਮ ਵੇਦ, ਠੀਕ ਹੈ। ਤਾਮਿਲ ਸਾਹਿਤ ਦਾ ਬਾਈਬਲ ਅਤੇ ਪੰਚਮ ਵੇਦ ਮੰਨਿਆ ਜਾਂਦਾ ਹੈ, ਠੀਕ ਹੈ। ਜੇ ਪ੍ਰੀਖਿਆ ਦੇ ਵਿੱਚ ਪ੍ਰਸ਼ਨ ਆਉਂਦਾ ਕਿ ਤਾਮਿਲ ਸਾਹਿਤ ਦੇ ਵਿੱਚ ਬਾਈਬਲ ਕਿਸ ਨੂੰ ਮੰਨਿਆ ਜਾਂਦਾ ਹੈ, ਤਾਂ ਉਹ ਮੰਨਿਆ ਜਾਂਦਾ ਹੈ ਤਿਰੂਕੁਲਾਰ ਨੂੰ। ਔਰ ਤਿਰੂਕੁਲਾਰ ਦਾ ਰਾਈਟਰ ਕੌਣ ਹੈ? ਇਹ ਹੈ ਤਿਰੂਵੁੱਲੁਵਰ, ਠੀਕ ਹੈ। ਤਿਰੂਕੁਲਾਰ ਰਚਨਾ ਨੂੰ ਤਾਮਿਲ ਸਾਹਿਤ ਦਾ ਬਾਈਬਲ ਅਤੇ ਪੰਚਮ ਵੇਦ ਮੰਨਿਆ ਜਾਂਦਾ ਹੈ। ਇਹ ਤਾਮਿਲਾਂ ਦੀ ਇੱਕ ਬਹੁਤ ਵਿਸ਼ੇਸ਼ ਰਚਨਾ ਮੰਨੀ ਗਈ ਹੈ। ਨੈਕਸਟ ਦੇਖੋ ਜੀ ਸ਼ਿਲਪਾਦਿਕਰਮ ਜਿਹੜੀ ਰਚਨਾ ਹੈ ਇਹ ਇੰਗਲੋ ਆਦਿਗਲ ਦੁਆਰਾ ਲਿਖੀ ਗਈ ਰਚਨਾ ਹੈ, ਠੀਕ ਹੈ ਜੀ। ਸ਼ਿਲਪਾਦਿਕਰਮ ਜੋ ਰਚਨਾ ਹੈ ਇਹ ਇੰਗਾਲੋ ਆਦਿਗਲ ਦੁਆਰਾ ਲਿਖੀ ਗਈ ਰਚਨਾ ਹੈ। ਮਣੀ ਮੇਖਲੇ ਸੀਤਰੇ ਸਤਨਾਰ ਦੁਆਰਾ ਲਿਖੀ ਗਿਆ ਮਹਾਂਕਾਵ ਹੈ, ਠੀਕ ਹੈ ਜੀ। ਇਹਨਾਂ ਗ੍ਰੰਥਾਂ ਤੋਂ ਇਲਾਵਾ ਤਤਕਾਲੀ ਸੰਗਮ ਸਮਾਜ ਵਿੱਚ ਇਹਨਾਂ ਗ੍ਰੰਥਾਂ ਤੋਂ ਤਤਕਾਲੀ ਸੰਗਮ ਸਮਾਜ ਦੇ ਵਿੱਚ ਅਤੇ ਉਹਨਾਂ ਦੀ ਰਾਜਨੀਤੀ ਜੀਵਨ ਦੇ ਬਾਰੇ ਵਿੱਚ ਜਿਹੜੀ ਹੈ ਉਹ ਜਾਣਕਾਰੀ ਮਿਲਦੀ ਹੈ, ਠੀਕ ਹੈ।
ਸ਼ਿਲਪਾਦੀਕਰਮ ਜੋ ਰਚਨਾ ਹੈ ਇਹ ਲਿਖੀ ਹੈ ਇੰਗਾਲੋ ਆਦੀਗਲ ਦੁਆਰਾ, ਅਤੇ ਮਣੀ ਮੇਖਲੇ ਜੋ ਲਿਖੀ ਗਈ ਹੈ ਮਹਾਕਾਵਿ ਇਹ ਲਿਖਿਆ ਗਿਆ ਹੈ ਸੀਤਲੇ ਸਤਨਾਰ ਦੁਆਰਾ। ਇਹਨਾਂ ਗ੍ਰੰਥਾਂ ਤੋਂ ਉਸ ਸਮੇਂ ਦੀਆਂ ਰਾਜਨੀਤਿਕ ਅਤੇ ਸਮਾਜਿਕ ਜੀਵਨ ਬਾਰੇ ਜਾਣਕਾਰੀ ਮਿਲਦੀ ਹੈ। ਨੈਕਸਟ ਦੇਖੋ, ਸੰਗਮ ਕਾਲ ਬਾਰੇ ਜਾਣਕਾਰੀ ਦੇਣ ਵਾਲੇ ਹੋਰ ਸਰੋਤ ਆਪਣੇ ਕੋਲ ਕਿਹੜੇ ਕਿਹੜੇ ਨੇ, ਕਿੱਥੋਂ ਕਿੱਥੋਂ ਸੰਗਮ ਸਾਹਿਤ ਦੇ ਬਾਰੇ ਵਿੱਚ ਜਾਣਕਾਰੀ ਮਿਲਦੀ ਹੈ। ਕਲਿੰਗ ਦੇ ਖਾਰਵੇਲ ਦੇ ਹਾਥੀ ਗੁਫਾ ਵਿਲੇਖ ਤੋਂ ਤਾਮਿਲ ਰਾਜਾਂ ਦਾ ਉਲੇਖ ਮਿਲਦਾ ਹੈ। ਠੀਕ ਹੈ ਜੀ, ਕਲਿੰਗ ਦਾ ਵਿੱਚ ਜਿਹੜਾ ਖਾਰਵੇਲ ਦਾ ਹਾਥੀ ਗੁਫਾ ਵਿਲੇਖ ਆ ਉਸ ਦੇ ਉੱਤੇ ਤਾਮਿਲ ਰਾਜਾਂ ਦੇ ਉਲੇਖ ਜਿਹੜੇ ਹੈਗੇ ਨੇ ਉਹ ਪ੍ਰਾਪਤ ਹੋਏ ਨੇ। ਅਸ਼ੋਕ ਦੇ ਵਿਲੇਖਾਂ ਤੋਂ ਚੌਲ, ਪਾਂਡੇ, ਚੇਰ ਬਾਰੇ ਵੀ ਜਾਣਕਾਰੀ ਮਿਲਦੀ ਹੈ। ਠੀਕ ਹੈ, ਕਲਿੰਗ ਦੇ ਖਾਰਵੇਲ ਦੇ ਹਾਥੀ ਗੁਫਾ ਵਿਲੇਖ ਤੋਂ ਅਤੇ ਅਸ਼ੋਕ ਦੇ ਵਿਲੇਖਾਂ ਤੋਂ ਜਾਣਕਾਰੀ ਮਿਲਦੀ ਹੈ ਸੰਗਮ ਕਾਲ ਦੇ ਬਾਰੇ ਵਿੱਚ। ਉੱਪਰ ਆਪਾਂ ਨੇ ਰਚਨਾ ਪੜ੍ਹੀ ਸੀ ਸ਼ਿਲਪਾਦੀਕਰਮ, ਜੋ ਕਿ ਲਿਖੀ ਗਈ ਹੈ ਇੰਗਾਲੋ ਆਦੀਗਲ ਦੀ। ਤਾਂ ਇਸ ਰਚਨਾ ਦੇ ਵਿੱਚ ਇਸ ਰਚਨਾ ਦੇ ਵਿੱਚ ਕੋਵਲਨ, ਠੀਕ ਹੈ, ਕੋਵਲਨ ਨਾਮ ਦਾ ਇੱਕ ਵਿਅਕਤੀ ਹੋਇਆ, ਉਸ ਦੀ ਪਤਨੀ ਜਿਸ ਦਾ ਨਾਮ ਸੀ ਕਣਗੀ, ਅਤੇ ਇੱਕ ਨ੍ਰਿਤਕੀ ਡਾਂਸਰ ਜਿਸ ਦਾ ਨਾਮ ਸੀ ਮਾਧਵੀ। ਤਾਂ ਇਹ ਇੱਕ ਲਵ ਟਰਾਇੰਗਲ ਦੇ ਤੌਰ ਦੇ ਉੱਤੇ ਇਹ ਇੱਕ ਕਹਾਣੀ ਹੈ, ਜਿਸ ਦੇ ਵਿੱਚ ਜਿਹੜਾ ਕੋਵਲਨ ਹੈ ਉਹ ਨ੍ਰਿਤਕੀ ਮਾਧਵੀ ਨੂੰ ਪ੍ਰੇਮ ਕਰਦਾ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਦੂਸਰੀ ਰਚਨਾ ਜੋ ਦੇਖੀ ਹੈ ਆਪਾਂ ਨੇ ਉੱਪਰਲੇ ਪਾਸੇ, ਉਹ ਹੈ ਮਣੀ ਮੇਖਲੇ। ਮਣੀ ਮੇਖਲੇ ਜੋ ਰਚਨਾ ਲਿਖੀ ਗਈ ਹੈ ਇਹ ਸੀਤਲੇ ਸਤਨਾਰ ਦੁਆਰਾ ਲਿਖੀ ਗਈ ਹੈ। ਠੀਕ ਹੈ, ਸੀਤਲੇ ਸਤਨਾਰ ਦੁਆਰਾ ਲਿਖਿਆ ਗਿਆ ਇੱਕ ਮਹਾਕਾਵਿ ਹੈ ਮਣੀ ਮੇਖਲੇ। ਇਸ ਰਚਨਾ ਦੇ ਵਿੱਚ ਰਾਜਕੁਮਾਰ ਉਦੈ ਕੁਮਾਰ ਅਤੇ ਮਣੀ ਮੇਖਲੇ ਦੇ ਪ੍ਰੇਮ ਕਹਾਣੀ ਦਿਖਾਈ ਗਈ ਹੈ। ਜਿਹੜੀ ਰਚਨਾ ਆਪਾਂ ਉੱਪਰ ਪੜ੍ਹ ਕੇ ਹਟੇ ਹਾਂ ਸ਼ਿਲਪਾਦੀਕਰਮ, ਠੀਕ ਹੈ, ਸ਼ਿਲਪਾਦੀਕਰਮ ਦੇ ਵਿੱਚ ਕੋਵਲਨ ਅਤੇ ਨ੍ਰਿਤਕੀ ਮਾਧਵੀ ਦੇ ਪ੍ਰੇਮ ਕਹਾਣੀ ਹੈ। ਤਾਂ ਮਣੀ ਮੇਖਲੇ ਦੇ ਵਿੱਚ ਜੋ ਮਣੀ ਮੇਖਲੇ ਹੈ ਉਹ ਕੋਵਲਨ ਅਤੇ ਮਾਧਵੀ ਦੀ ਬੇਟੀ ਹੈ। ਠੀਕ ਹੈ, ਇਹ ਗ੍ਰੰਥ ਬੁੱਧ ਲੇਖਕ ਡਿੱਡਨਾਥ ਦੀ ਰਚਨਾ ਨਿਆਏ ਪ੍ਰਵੇਸ਼ ਉੱਪਰ ਆਧਾਰਿਤ ਗ੍ਰੰਥ ਹੈ। ਠੀਕ ਹੈ, ਇਹ ਮੰਨਿਆ ਜਾਂਦਾ ਕਿ ਡਿੱਡਨਾਥ ਨਾਮਕ ਇੱਕ ਬੌਧ ਲੇਖਕ ਹੋਇਆ, ਉਸ ਦੀ ਰਚਨਾ ਤੋਂ ਪ੍ਰੇਰਿਤ ਹੋ ਕੇ ਲਿਖੀ ਗਈ ਇਹ ਇੱਕ ਰਚਨਾ ਹੈ। ਤਾਂ ਡਿੱਡਨਾਥ ਦੀ ਰਚਨਾ ਕਿਹੜੀ ਹੈ, ਉਸ ਦਾ ਨਾਮ ਹੈ ਨਿਆਏ ਪ੍ਰਵੇਸ਼। ਸੰਗਮ ਯੁੱਗ ਦੌਰਾਨ ਦੱਖਣ ਭਾਰਤ ਦੇ ਵਿੱਚ 3 ਰਾਜਵੰਸ਼ ਸਨ। ਤਾਂ ਇਹ ਕਿਹੜੇ ਕਿਹੜੇ ਰਾਜਵੰਸ਼ ਸੀ? ਇਹ ਆ ਗਿਆ ਚੇਰ ਜਿਹੜੇ ਕਿ ਦੱਖਣ ਪੱਛਮ ਦੇ ਵਿੱਚ ਰਾਜ ਕਰਦੇ ਸੀ। ਠੀਕ ਹੈ ਜੀ, ਦੱਖਣ ਭਾਰਤ ਦੇ ਵਿੱਚ 3 ਰਾਜਵੰਸ਼ ਸੀ, ਜਿਨ੍ਹਾਂ ਦੇ ਵਿੱਚੋਂ ਚੇਰ, ਚੋਲ ਅਤੇ ਪਾਂਡੇ ਇਹ ਪ੍ਰਮੁੱਖ ਸੀ। ਜਿਹੜੇ ਚੇਰ ਸੀ ਇਹ ਦੱਖਣ ਪੱਛਮ ਦੇ ਵਿੱਚ ਰਾਜ ਕਰਦੇ ਸੀ। ਉੱਤਰ ਪੂਰਬ ਦੇ ਵਿੱਚ ਚੌਲਾਂ ਦਾ ਰਾਜ ਸੀ, ਉੱਤਰ ਪੂਰਬ ਦੇ ਵਿੱਚ ਚੌਲ ਰਾਜਵੰਸ਼ ਦਾ ਰਾਜ ਸੀ, ਅਤੇ ਪਾਂਡੇ ਦੱਖਣ ਪੂਰਬ ਵਿੱਚ ਰਾਜ ਕਰਦੇ ਸੀ। ਠੀਕ ਹੈ ਜੀ, ਤਾਂ ਹੁਣ ਆਪਾਂ ਜਾਣਕਾਰੀ ਲੈਂਦੇ ਹਾਂ ਆਪਾਂ ਚੇਰ ਦੇ ਬਾਰੇ। ਇਹਨਾਂ ਦਾ ਆਧੁਨਿਕ ਰਾਜ ਕੇਰਲ ਦੇ ਮੱਧ ਅਤੇ ਉੱਤਰੀ ਹਿੱਸਿਆਂ ਉੱਤੇ ਅਤੇ ਤਾਮਿਲਨਾਡੂ ਦੇ ਕੁਝ ਖੇਤਰਾਂ ਦੇ ਉੱਤੇ ਕਬਜ਼ਾ ਸੀ। ਮਤਲਬ ਕਿ ਇਹ ਆਧੁਨਿਕ ਕੇਰਲ ਦੇ ਜਿਹੜੇ ਰਾਜ ਸੀ, ਆਧੁਨਿਕ ਕੇਰਲ ਦੇ ਮੱਧ ਵਿੱਚ ਅਤੇ ਉੱਤਰੀ ਹਿੱਸਿਆਂ ਉੱਤੇ ਇਹਨਾਂ ਦਾ ਰਾਜ ਸੀ, ਅਤੇ ਤਾਮਿਲਨਾਡੂ ਦੇ ਕੁਝ ਖੇਤਰਾਂ ਉੱਤੇ ਇਹਨਾਂ ਦਾ ਕਬਜ਼ਾ ਸੀ। ਇਹਨਾਂ ਦੀ ਰਾਜਧਾਨੀ ਵੰਜੀ ਸੀ। ਠੀਕ ਹੈ, ਰਾਜਧਾਨੀ ਕੀ ਸੀ? ਵੰਜੀ। ਚੇਰ ਰਾਜੇ ਰੋਮਨ ਸਾਮਰਾਜ ਨਾਲ ਵਪਾਰ ਕਰਦੇ ਸੀ। ਠੀਕ ਹੈ, ਚੇਰ ਰਾਜੇ ਕੀ ਕਰਦੇ ਸੀ? ਵਪਾਰ ਕਰਦੇ ਸੀ। ਕਿਹਦੇ ਨਾਲ ਕਰਦੇ ਸੀ? ਇਹ ਵਪਾਰੀ ਸੀਗੇ ਤਾਂ ਇਹ ਵਪਾਰ ਕਰਦੇ ਸੀ ਰੋਮਨ ਸਾਮਰਾਜ ਨਾਲ। ਇਹ ਵੀ ਕਿਹਾ ਜਾਂਦਾ ਕਿ ਉਹਨਾਂ ਨੇ ਅਗਸਟਸ ਇੱਕ ਰੋਮਨ ਸਾਮਰਾਜ ਦਾ ਰਾਜਾ ਹੋਇਆ ਇੱਕ, ਤਾਂ ਉਸ ਦਾ ਇੱਕ ਮੰਦਰ ਬਣਵਾਇਆ ਸੀ। ਠੀਕ ਆ, ਚੇਰਾਂ ਦਾ ਸਭ ਨਾਲੋਂ ਜਿਹੜਾ ਪ੍ਰਸਿੱਧ ਅਤੇ ਮਹਾਨ ਰਾਜਾ ਸੀ ਉਹ ਸੀ ਸੈਨਗੁਟਵਨ, ਜੋ ਕਿ 180 ਈਸਵੀ ਦੇ ਵਿੱਚ ਰਾਜ ਕਰਦਾ ਸੀ। ਠੀਕ ਹੈ, ਜਿਸ ਦਾ ਸ਼ਾਸਨ ਕਾਲ ਦਾ ਪੀਰੀਅਡ ਕੀ ਸੀ? 180 ਈਸਵੀ। ਉਸ ਨੂੰ ਲਾਲ ਚੇਰ ਕਿਹਾ ਜਾਂਦਾ ਸੀ। ਜਿਹੜਾ ਰਾਜਾ ਸੈਨਗੁਟਵਨ ਸੀ, ਇਸ ਦੇ ਰਾਜ ਵਿੱਚ ਇਹਨੇ ਇੱਕ ਪ੍ਰਥਾ ਸ਼ੁਰੂ ਕਰਵਾਈ ਸੀ, ਜਿਸ ਦੇ ਵਿੱਚ ਲੋਕ ਆਪਣੀ ਪਤਨੀ ਦੀ ਪੂਜਾ ਕਰਦੇ ਸੀ। ਸੈਨਗੁਟਵਨ ਨੇ ਆਪਣੇ ਰਾਜ ਦੇ ਵਿੱਚ ਇੱਕ ਪ੍ਰਥਾ ਸ਼ੁਰੂ ਕਰਾਈ ਸੀ, ਜਿਸ ਦੇ ਵਿੱਚ
ਪਤਨੀ ਦੀ ਪੂਜਾ ਸ਼ੁਰੂ ਕੀਤੀ ਗਈ ਸੀ। ਇਹ ਇੱਕ ਧਾਰਮਿਕ ਯੱਗ ਜਾਂ ਫਿਰ ਰਸਮ ਦੇ ਤੌਰ ਦੇ ਉੱਤੇ ਕਹਿ ਲਓ ਤੁਸੀਂ, ਪ੍ਰਤਿਸ਼ਠਾਨ, ਠੀਕ ਆ, ਧਾਰਮਿਕ ਰਸਮ ਦੇ ਤੌਰ ਦੇ ਉੱਤੇ ਪਤਨੀ ਦੀ ਪੂਜਾ ਨੂੰ ਸ਼ੁਰੂ ਕਰਾਇਆ ਸੀ, ਜਿਸ ਨੂੰ ਕਣਗੀ ਪੂਜਾ ਕਿਹਾ ਜਾਂਦਾ ਸੀ। ਠੀਕ ਹੈ ਜੀ। ਕਣਗੀ ਪੂਜਾ ਕਿਹਨੇ ਸ਼ੁਰੂ ਕਰਾਈ ਸੀ? ਇਹ ਸ਼ੁਰੂ ਕਰਾਈ ਸੀ ਸੈਨਗੁੱਟਵਨ ਨੇ। ਚੌਲ, ਇਹ ਸੰਗਮ ਕਾਲ ਦਾ ਸਭ ਤੋਂ ਸ਼ਕਤੀਸ਼ਾਲੀ ਰਾਜਵੰਸ਼ ਸੀ। ਚੌਲ ਸੰਗਮ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਰਾਜਵੰਸ਼ ਸੀ। ਇਹ ਸਭ ਤੋਂ, ਇਸ ਰਾਜ ਦਾ ਜਿਹੜਾ ਸਭ ਨਾਲੋਂ ਪ੍ਰਤਾਪੀ ਰਾਜਾ ਸੀ, ਉਸ ਦਾ ਨਾਮ ਸੀ ਕਰੀਕਾਲ। ਚੌਲ ਰਾਜਵੰਸ਼ ਦਾ ਜਿਹੜਾ ਸਭ ਨਾਲੋਂ ਪ੍ਰਤਾਪੀ ਰਾਜਾ ਸੀ, ਉਸ ਦਾ ਨਾਮ ਸੀ ਕਰੀਕਾਲ। ਚੌਲ ਰਾਜ ਦਾ ਜਿਹੜਾ ਚਿੰਨ੍ਹ ਸੀ, ਧਾਰਮਿਕ ਚਿੰਨ੍ਹ, ਪ੍ਰਤੀਕ ਮੰਨਿਆ ਜਾਂਦਾ ਹੈ ਜਿਸ ਨੂੰ, ਉਹ ਸੀਗਾ ਬਾਗ। ਇਹਨਾਂ ਕੋਲ ਇੱਕ ਵਿਸ਼ਾਲ ਕੌਸ਼ਲ ਨੌਸੈਨਾ ਸੀ। ਸਾਮੰਤਾਂ ਦੀਆਂ ਸੰਗਮ ਸਾਹਿਤ ਦੀਆਂ ਰਚਨਾਵਾਂ ਦੇ ਵਿੱਚ ਵੇਣੀ ਨਾਮਕ ਯੁੱਧ ਦਾ ਵਰਣਨ ਮਿਲਦਾ ਹੈ, ਜਿਸ ਦੇ ਵਿੱਚ ਕਰੀਕਾਲ ਨੇ ਪਾਂਡੇ ਅਤੇ ਚੇਰਾਂ ਦੇ 11 ਰਾਜਿਆਂ ਨੂੰ ਹਰਾਇਆ ਸੀ। ਠੀਕ ਹੈ ਜੀ। ਸੰਗਮ ਸਾਹਿਤ ਦੀਆਂ ਰਚਨਾਵਾਂ ਦੇ ਵਿੱਚ ਵੇਣੀ ਨਾਮਕ ਯੁੱਧ ਦਾ ਵਰਣਨ ਮਿਲਦਾ ਹੈ, ਜਿਸ ਦੇ ਵਿੱਚ ਕਰੀਕਾਲ ਨੇ ਪਾਂਡੇ ਅਤੇ ਚੇਰ ਰਾਜ ਦੇ 11 ਰਾਜਿਆਂ ਨੂੰ ਹਰਾਇਆ ਸੀ। ਇਹਨਾਂ ਉਪਲਬਧੀਆਂ ਦੇ ਕਾਰਨ ਤਾਮਿਲ ਖੇਤਰ ਦੇ ਵਿੱਚ ਇਸ ਦਾ ਬਹੁਤ ਮਾਣ ਸੀ। ਠੀਕ ਹੈ, ਇਸ ਦਾ ਬਹੁਤ ਮਾਣ ਸੀ। ਕਰੀਕਾਲ ਦੀ ਇਸ ਉਪਲਬਧੀ ਕਾਰਨ ਉਸ ਨੂੰ ਤਾਮਿਲ ਖੇਤਰ ਦਾ ਅਧਿਪਤੀ ਵੀ ਮੰਨਿਆ ਜਾਂਦਾ ਸੀ। ਕਰੀਕਾਲ ਨੇ ਕਾਵੇਰੀ ਨਦੀ ਦੇ ਵਿੱਚ ਇੱਕ ਬੰਨ੍ਹ ਬਣਵਾਇਆ ਸੀ। ਠੀਕ ਹੈ, ਇਹ ਬੰਨ੍ਹ ਬਣਵਾਇਆ ਸੀਗਾ 160 ਕਿਲੋਮੀਟਰ ਲੰਬਾ ਬੰਨ੍ਹ ਸੀਗਾ ਇਹ। ਠੀਕ ਹੈ ਜੀ। ਕਰੀਕਾਲ ਜੋ ਸੀ, ਇਹ ਚੌਲ ਵੰਸ਼ ਦਾ ਸਭ ਨਾਲੋਂ ਪ੍ਰਤਾਪੀ ਰਾਜਾ ਸੀ। ਪਾਂਡੇ, ਇਹਨਾਂ ਨੇ ਮਥੁਰਾ 'ਤੇ ਸ਼ਾਸਨ ਕੀਤਾ। ਨੈਂਡੂਜ਼ੈਲੀਅਨ ਇਹਨਾਂ ਦਾ ਸਭ ਤੋਂ ਸ਼ਕਤੀਸ਼ਾਲੀ ਰਾਜਾ ਸੀ। ਠੀਕ ਹੈ ਜੀ। ਇਹਨਾਂ ਨੇ ਤਾਮਿਲ ਸੰਗਮ ਜਿਹੜੇ ਹੋਏ ਨੇ ਤਿੰਨੋਂ, ਇਹਨਾਂ ਨੂੰ ਸੰਰਖਣ ਪ੍ਰਦਾਨ ਕੀਤਾ। ਸੰਗਮ ਕਵਿਤਾਵਾਂ ਦੇ ਸੰਕਲਨ ਦਾ ਪ੍ਰਬੰਧ ਸੀ ਜਿਹੜਾ, ਉਹ ਵੀ ਪਾਂਡੇ ਸ਼ਾਸਕਾਂ ਨੇ ਹੀ ਕੀਤਾ। ਪਾਂਡਿਆਂ ਦਾ ਉਲੇਖ ਸਭ ਨਾਲੋਂ ਪਹਿਲਾਂ ਮੈਗਸਥਨੀਜ਼ ਨੇ ਕੀਤਾ ਸੀ, ਪਰੰਤੂ ਜਿਹੜਾ ਮੈਗਸਥਨੀਜ਼ ਸੀ, ਉਹ ਇੱਥੇ ਬੌਧ ਸਾਹਿਤ ਦੇ ਬਾਰੇ ਵਿੱਚ ਜਾਂ ਫਿਰ ਖਾਸ ਤੌਰ ਦੇ ਉੱਤੇ ਉਹ ਮੌਰੀਆ ਸਾਮਰਾਜ ਦੇ ਵਿੱਚ ਹੀ ਆਇਆ ਸੀ, ਤਾਂ ਉਸਨੇ ਇਹਨਾਂ ਦੇ ਵੰਸ਼ ਦਾ ਪੂਰਨ ਤੌਰ ਦੇ ਉੱਤੇ ਵਿਆਖਿਆ ਨਹੀਂ ਕੀਤੀ, ਪਰੰਤੂ ਜਿੰਨਾ ਕੁ ਵੀ ਉਸਨੇ ਲਿਖਿਆ, ਉਸ ਤੋਂ ਕਹਿੰਦੇ ਪਾਂਡਿਆਂ ਦੇ ਬਾਰੇ ਵਿੱਚ ਮਹੱਤਵਪੂਰਨ ਜਾਣਕਾਰੀ ਮਿਲਦੀ ਹੈ। ਨਲੀਵਕੋਡਨ ਅੰਤਮ ਗਿਆਤ ਪਾਂਡੇ ਰਾਜਾ ਹੈ। ਠੀਕ ਹੈ ਜੀ। ਨਲੀਵਕੋਡਨ ਜਿਹੜਾ ਸੀਗਾ, ਉਹ ਆਖਰੀ ਪਾਂਡੇ ਰਾਜਾ ਸੀ ਜਿਸ ਦੇ ਬਾਰੇ ਵਿੱਚ ਜਾਣਕਾਰੀ ਮਿਲਦੀ ਹੈ। ਠੀਕ ਹੈ। ਇਹ ਗਿਆਨ ਲਿਖਿਆ ਹੋਇਆ ਇੱਥੇ, ਗਿਆਨ ਨਹੀਂ ਹੈ, ਇਹ ਗਿਆਤ ਹੈ। ਗਿਆਤ ਪਾਂਡੇ ਰਾਜਾ ਸੀ। ਦੋਸਤੋ, ਇਹ ਸੀ ਸੰਗਮ ਰਾਜਵੰਸ਼ ਦੇ ਬਾਰੇ ਵਿੱਚ, ਸੰਗਮ ਕਾਲ ਦੇ ਬਾਰੇ ਵਿੱਚ ਕੁਝ ਮਹੱਤਵਪੂਰਨ ਤੱਥ ਅਤੇ ਗੱਲਾਂ, ਜਿਹਦੇ ਵਿੱਚ ਸੰਗਮ ਕਿਸ ਨੂੰ ਕਹਿੰਦੇ ਨੇ ਅਤੇ ਸੰਗਮ ਦੇ ਤਹਿਤ ਕਿਹੜੇ ਕਿਹੜੇ ਰਾਜ ਆਉਂਦੇ ਹਨ, ਉਹਨਾਂ ਦੇ ਬਾਰੇ ਵਿੱਚ ਤੁਹਾਨੂੰ ਜਾਣਕਾਰੀ ਦਿੱਤੀ ਗਈ ਹੈ। ਤਾਂ ਅਗਲੀ ਵੀਡੀਓ ਦੇ ਵਿੱਚ ਇਸ ਦੇ ਰਾਜ ਵਿਵਸਥਾ ਔਰ ਪ੍ਰਬੰਧ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਠੀਕ ਹੈ ਜੀ। ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ, ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਤਾਂ ਕਿ ਸਾਨੂੰ ਮੋਟੀਵੇਸ਼ਨ ਮਿਲ ਸਕੇ। ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਧੰਨਵਾਦ।